ਮੇਰੀ ਭੈਣ ਦਾ ਮੁੰਡਾ ਸ਼ਹਿਰ ਪੜ੍ਹਨ ਆਇਆ ਤਾਂ ਮੈਂ ਉਸਨੂੰ ਆਪਣੇ ਘਰ ਹੀ ਰੱਖ ਲਿਆ ਕਿਉਂਕਿ ਮੈਂ ਘਰ ਵਿੱਚ ਇਕੱਲੀ ਰਹਿੰਦੀ ਸੀ। ਮੇਰਾ ਪਤੀ ਬਾਹਰ ਦੇਸ਼ ਗਏ ਹੋਏ ਸੀ। ਮੈਂ ਪਤੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ ਵੀ ਮੰਨ ਗਏ। ਮੇਰੀ ਭੈਣ ਦਾ ਮੁੰਡਾ ਮੇਰਾ ਬਹੁਤ ਖਿਆਲ ਰੱਖਦਾ ਸੀ। ਬਾਜ਼ਾਰ 'ਚੋਂ ਕੁਝ ਵੀ ਲਿਆਉਣਾ ਹੁੰਦਾ ਤਾਂ ਲਿਆ ਦਿੰਦਾ। ਫਿਰ ਅਚਾਨਕ ਮੈਂ ਇੱਕ ਦਿਨ ਬਿਮਾਰ ਹੋ ਗਈ ਤਾਂ ਮੇਰੀ ਭੈਣ ਦਾ ਮੁੰਡਾ ਕਹਿੰਦਾ, ਹੁਣ ਤੁਸੀਂ ਆਰਾਮ ਕਰੋ। ਰਾਤ ਨੂੰ ਉਹ ਮੇਰੇ ਦੁੱਧ ਵਿੱਚ ਦਵਾਈ ਮਿਲਾ ਕੇ ਚਲਾ ਜਾਂਦਾ। ਜਦੋਂ ਮੈਂ ਸਵੇਰੇ ਉੱਠਦੀ ਤਾਂ ਮੈਨੂੰ ਬਹੁਤ ਆਰਾਮ ਮਿਲਦਾ। ਇੱਕ ਦਿਨ ਮੇਰੇ ਢਿੱਡ ਵਿੱਚ ਬਹੁਤ ਦਰਦ ਹੋ ਰਿਹਾ ਸੀ। ਮੈਂ ਡਾਕਟਰ ਕੋਲ ਗਈ। ਡਾਕਟਰ ਨੇ ਕਿਹਾ ਕਿ ਤੁਸੀਂ ਪ੍ਰੈਗਨੈਂਟ ਹੋ। ਇਹ ਸੁਣ ਕੇ ਤਾਂ ਮੇਰੀ ਜਾਨ ਹੀ ਨਿਕਲ ਗਈ। ਮੈਂ ਹੈਰਾਨ ਹੋ ਕੇ ਡਾਕਟਰ ਦੀ ਸ਼ਕਲ ਦੇਖ ਰਹੀ ਸੀ ਜੋ ਮੇਰੇ ਤੇ ਇੰਨਾ ਵੱਡਾ ਧਮਾਕਾ ਕਰ ਚੁੱਕੀ ਸੀ। ਮੇਰੇ ਸੋਚਣ ਤੇ ਸਮਝਣ ਦੀ ਸ਼ਕਤੀ ਖਤਮ ਹੋ ਚੁੱਕੀ ਸੀ। ਮੈਨੂੰ ਲੱਗਦਾ ਸੀ ਕਿ ਮੇਰੇ ਸਿਰ ਤੇ ਆਸਮਾਨ ਡਿੱਗ ਪਿਆ ਹੋਵੇ। ਇਹ ਸਭ ਕਿਵੇਂ ਹੋ ਸਕਦਾ ਹੈ? ਮੈਂ ਡਾਕਟਰ ਦੀ ਗੱਲ ਤੇ ਯਕੀਨ ਨਹੀਂ ਕਰ ਰਹੀ ਸੀ। ਮੈਂ ਡਾਕਟਰ ਨੂੰ ਕਿਹਾ ਕਿ ਤੁਸੀਂ ਜ਼ਰੂਰ ਕੋਈ ਗਲਤਫਹਿਮੀ ਵਿੱਚ ਹੋ। ਮੈਨੂੰ ਸਿਰਫ ਪੇਟ ਦਰਦ ਦੀ ਸ਼ਿਕਾਇਤ ਹੈ। ਉਹ ਮੈਨੂੰ ਦੇਖ ਕੇ ਹੱਸਣ ਲੱਗੀ ਤੇ ਉਸਨੇ ਮੇਰੇ ਸਾਹਮਣੇ ਮੇਰੀ ਰਿਪੋਰਟ ਰੱਖੀ ਤੇ ਕਹਿਣ ਲੱਗੀ ਕਿ 3 ਸਾਲ ਤੋਂ ਤੁਸੀਂ ਮੇਰੇ ਤੋਂ ਇਸ ਚੀਜ਼ ਲਈ ਟ੍ਰੀਟਮੈਂਟ ਕਰਾ ਰਹੇ ਹੋ ਤੇ ਹੁਣ ਤੁਹਾਨੂੰ ਰੱਬ ਨੇ ਖੁਸ਼ਖਬਰੀ ਸੁਣਾਈ ਹੈ ਤਾਂ ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ। ਤੁਹਾਨੂੰ ਹੁਣ ਯਕੀਨ ਕਰ ਲੈਣਾ ਚਾਹੀਦਾ ਹੈ ਕਿ ਤੁਸੀਂ ਪ੍ਰੈਗਨੈਂਟ ਹੋ। ਮੈਂ ਆਪਣੀ ਰਿਪੋਰਟ ਦੇਖ ਕੇ ਹੈਰਾਨ ਰਹਿ ਗਈ। ਮੈਨੂੰ ਪਤਾ ਨਹੀਂ ਸੀ ਕਿ ਮੇਰੀ ਜ਼ਿੰਦਗੀ ਵਿੱਚ ਇਹੋ ਜਿਹਾ ਭਿਆਨਕ ਮੋੜ ਵੀ ਆ ਜਾਵੇਗਾ। ਮੈਨੂੰ ਇਹ ਸੁਣ ਕੇ ਚੱਕਰ ਆਉਣ ਲੱਗੇ। ਮੇਰਾ ਵਿਆਹ ਨੂੰ 4 ਸਾਲ ਹੋ ਗਏ ਸਨ। ਮੇਰੇ ਪਤੀ ਦੀ ਨੌਕਰੀ ਪ੍ਰਦੇਸ਼ ਵਿੱਚ ਸੀ। ਉਹ ਸਾਲ ਵਿੱਚ ਬਸ ਕੁਝ ਹੀ ਮਹੀਨੇ ਘਰ ਆਉਂਦੇ ਸਨ ਤੇ ਉਸ ਟਾਈਮ ਮੇਰੀ ਤਮੰਨਾ ਸੀ ਕਿ ਮੈਂ ਉਸ ਦੌਰਾਨ ਪ੍ਰੈਗਨੈਂਟ ਹੋ ਜਾਵਾਂ ਤਾਂ ਕਿ ਮੇਰਾ ਦਿਲ ਬੱਚੇ ਨਾਲ ਲੱਗ ਜਾਵੇ। ਪਰ ਹਰ ਵਾਰ ਮੈਨੂੰ ਨਿਰਾਸ਼ਾ ਦਾ ਹੀ ਸਾਹਮਣਾ ਕਰਨਾ ਪਿਆ। ਪਰ ਹੁਣ ਤਾਂ ਉਹ ਪ੍ਰਦੇਸ਼ ਵਿੱਚ ਸੀ। ਮੈਂ ਡਾਕਟਰ ਨੂੰ ਕੁਝ ਨਹੀਂ ਕਿਹਾ ਤੇ ਰਿਪੋਰਟ ਫੜ ਮੇਰੇ ਦਿਮਾਗ ਨੇ ਉਸ ਵਕਤ ਕੰਮ ਕਰਨਾ ਬਿਲਕੁਲ ਹੀ ਬੰਦ ਕਰ ਦਿੱਤਾ ਸੀ। ਇਹ ਕਿਵੇਂ ਹੋ ਸਕਦਾ ਹੈ? ਮੈਂ ਮਾਂ ਬਣਨ ਵਾਲੀ ਹਾਂ, ਪਰ ਇਹ ਕਿਵੇਂ ਹੋ ਸਕਦਾ ਹੈ? ਮੇਰੇ ਘਰ ਤੋਂ ਕਲੀਨਿਕ ਬਸ ਇੱਕ ਗਲੀ ਦੂਰ ਸੀ, ਪਰ ਮੈਨੂੰ ਆਪਣੇ ਕਦਮ ਇੰਨੇ ਭਾਰੀ ਲੱਗ ਰਹੇ ਸਨ ਕਿ ਜਿਵੇਂ ਮੇਰੇ ਮੋਢਿਆਂ ਤੇ ਬਹੁਤ ਭਾਰ ਹੋਵੇ। ਅਸੀਂ 2 ਹੀ ਜਾਣੇ ਸੀ ਘਰ ਵਿੱਚ, ਤੀਜਾ ਤਾਂ ਕੋਈ ਨਹੀਂ ਸੀ। ਮੈਂ ਤੇ ਰਮਨ। ਮੇਰਾ ਦਿਮਾਗ ਸੋਚਦੇ ਸੋਚਦੇ ਪੂਰੀ ਤਰ੍ਹਾਂ ਕਮਜ਼ੋਰ ਹੋ ਚੁੱਕਾ ਸੀ। ਕੀ ਸੋਚਦੀ ਕੀ ਨਹੀਂ। ਰਮਨ ਮੇਰਾ ਸਕਾ ਭਾਂਜਾ ਸੀ, ਮੇਰੀ ਵੱਡੀ ਭੈਣ ਦਾ ਮੁੰਡਾ। ਮੇਰੇ ਕਦਮ ਘਰ ਕੋਲ ਆ ਕੇ ਰੁਕ ਗਏ। ਮੈਨੂੰ ਲੱਗਿਆ ਕਿ ਮੈਂ ਕਲੀਨਿਕ ਤੋਂ ਇੱਥੇ ਤੱਕ ਮੇਰੇ ਬੇਜਾਨ ਸਰੀਰ ਨੂੰ ਕਿਸੇ ਲਾਸ਼ ਦੀ ਤਰ੍ਹਾਂ ਘਸੀਟ ਕੇ ਘਰ ਲੈ ਕੇ ਆਈ ਹਾਂ। ਮੈਨੂੰ ਸਾਹ ਲੈਣ ਵਿੱਚ ਵੀ ਬਹੁਤ ਘੁਟਨ ਮਹਿਸੂਸ ਹੋਣ ਲੱਗੀ। ਮੈਂ ਆਉਂਦੇ ਹੀ ਡੋਰਬੈਲ ਵਜਾਈ। ਰਮਨ ਨੇ ਦਰਵਾਜ਼ਾ ਖੋਲ੍ਹਿਆ। ਮੈਂ ਘਰ ਦੇ ਅੰਦਰ ਚਲੀ ਗਈ। ਮੇਰੇ ਘਰ ਦੇ ਅੰਦਰ ਵੜਦੇ ਹੀ ਉਹ ਕਹਿਣ ਲੱਗਾ, ਅੱਜ ਤੁਸੀਂ ਇੰਨਾ ਲੇਟ ਹੋ ਗਏ ਹੋ। ਮੈਂ ਪਹਿਲਾਂ ਰੋਟੀ ਖਾਣ ਵੇਲੇ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ, ਫਿਰ ਮੇਰੇ ਤੋਂ ਭੁੱਖ ਸਹਿਣ ਨਹੀਂ ਹੋਈ, ਇਸ ਲਈ ਮੈਂ ਤਾਂ ਰੋਟੀ ਖਾ ਲਈ। ਤੁਹਾਨੂੰ ਰੋਟੀ ਪਾ ਕੇ ਦਿਆਂ? ਉਹ ਮੇਰੇ ਨਾਲ ਬਹੁਤ ਗੱਲਾਂ ਕਰਦਾ। ਮੇਰੀ ਸਭ ਤੋਂ ਵੱਡੀ ਭੈਣ ਦਾ ਮੁੰਡਾ ਜਿਹੜਾ ਪੜ੍ਹਾਈ ਤੇ ਜੌਬ ਦੇ ਸਿਲਸਿਲੇ ਵਿੱਚ ਸ਼ਹਿਰ ਆਇਆ ਸੀ ਤੇ ਪਿਛਲੇ ਕਈ ਮਹੀਨਿਆਂ ਤੋਂ ਮੇਰੇ ਨਾਲ ਹੀ ਰਹਿ ਰਿਹਾ ਸੀ। ਮੇਰੇ ਪਤੀ ਨੂੰ ਵੀ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਸੀ। ਉਹ ਰਮਨ ਦੇ ਬਾਰੇ ਸਭ ਕੁਝ ਜਾਣਦਾ ਸੀ, ਬਲਕਿ ਉਹ ਤਾਂ ਬਹੁਤ ਖੁਸ਼ ਸੀ ਕਿ ਉਸਨੂੰ ਮੇਰੀ ਫਿਕਰ ਨਹੀਂ ਸਤਾਵੇਗੀ। ਮਾਸੀ ਜੀ, ਕਿੱਥੇ ਖੋ ਗਏ ਹੋ ਤੁਸੀਂ? ਰਮਨ ਦੀ ਆਵਾਜ਼ ਸੁਣ ਕੇ ਮੈਂ ਕਿਹਾ, ਕੁਝ ਨਹੀਂ, ਮੈਨੂੰ ਭੁੱਖ ਨਹੀਂ, ਮੇਰੇ ਸਿਰ ਵਿੱਚ ਦਰਦ ਹੋ ਰਿਹਾ ਹੈ, ਮੈਂ ਆਪਣੇ ਕਮਰੇ ਵਿੱਚ ਜਾ ਰਹੀ ਹਾਂ। ਮੈਂ ਇੰਨਾ ਕਹਿ ਕੇ ਆਪਣੇ ਕਮਰੇ ਵਿੱਚ ਚਲੀ ਗਈ ਤੇ ਰਿਪੋਰਟ ਦਰਾਜ਼ ਵਿੱਚ ਰੱਖ ਦਿੱਤੀ। ਮੈਂ ਆਪਣਾ ਬੇਜਾਨ ਸਰੀਰ ਲਈ ਬੈੱਡ ਤੇ ਬੈਠ ਗਈ। ਮੈਂ ਸੋਚ ਕੇ ਪਰੇਸ਼ਾਨ ਹੋ ਚੁੱਕੀ ਸੀ। ਰਮਨ ਮੇਰਾ ਸਕਾ ਭਾਂਜਾ ਸੀ, ਮੇਰੀ ਭੈਣ ਦਾ ਮੁੰਡਾ। ਮੈਂ ਉਹਦੇ ਬਾਰੇ ਇਹੋ ਜਿਹਾ ਸੋਚ ਹੀ ਨਹੀਂ ਸਕਦੀ ਸੀ। ਮੈਂ ਆਪਣੇ ਭੈਣ ਭਰਾਵਾਂ ਨਾਲੋਂ ਸਭ ਤੋਂ ਛੋਟੀ ਸੀ ਤੇ ਸੁਨੇਹਾ ਸਭ ਤੋਂ ਵੱਡੀ ਸੀ। ਮੈਂ ਉਸ ਸਮੇਂ 10 ਸਾਲ ਦੀ ਸੀ ਜਦੋਂ ਸੁਨੇਹਾ ਦੇ ਘਰ ਰਮਨ ਹੋਇਆ। ਰਮਨ ਬਹੁਤ ਹੀ ਪਾਠ ਪੂਜਾ ਕਰਦਾ ਸੀ। ਮੈਂ ਰਮਨ ਦੇ ਚਰਿੱਤਰ ਤੇ ਸ਼ੱਕ ਵੀ ਨਹੀਂ ਕਰ ਸਕਦੀ ਸੀ, ਪਰ ਜਿਹੜੀ ਰਿਪੋਰਟ ਮੇਰੇ ਹੱਥ ਵਿੱਚ ਸੀ, ਮੇਰਾ ਸਾਰਾ ਸ਼ੱਕ ਰਮਨ ਤੇ ਹੀ ਜਾ ਰਿਹਾ ਸੀ, ਕਿਉਂਕਿ ਮੇਰੇ ਤੇ ਰਮਨ ਤੋਂ ਇਲਾਵਾ ਘਰ ਵਿੱਚ ਤੀਜਾ ਕੋਈ ਆਦਮੀ ਨਹੀਂ ਸੀ ਜਿਸ ਉੱਤੇ ਮੈਨੂੰ ਸ਼ੱਕ ਹੁੰਦਾ। ਮੈਂ ਆਪਣਾ ਸਿਰ ਦੋਨਾਂ ਹੱਥਾਂ ਵਿੱਚ ਲੈ ਕੇ ਬੈਠ ਗਈ। ਮੈਨੂੰ ਯਾਦ ਆਉਣ ਲੱਗਿਆ ਕਿ ਪਿਛਲੇ ਕਈ ਦਿਨਾਂ ਤੋਂ ਰਮਨ ਮੈਨੂੰ ਦੁੱਧ ਨਾਲ ਕੋਈ ਦਵਾਈ ਦੇ ਰਿਹਾ ਹੈ, ਜਿਸ ਨੂੰ ਖਾ ਕੇ ਮੈਂ ਗਹਿਰੀ ਨੀਂਦ ਸੋ ਜਾਂਦੀ ਹਾਂ ਤੇ ਜਦੋਂ ਮੈਂ ਸਵੇਰੇ ਉੱਠਦੀ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਆ। ਕਿਤੇ ਮੈਨੂੰ ਰਮਨ ਨੀਂਦ ਦੀ ਦਵਾਈ ਤਾਂ ਨਹੀਂ ਦੇ ਦਿੰਦਾ ਤੇ ਮੇਰੇ ਸੌਣ ਤੋਂ ਬਾਅਦ ਕੁਝ ਕਰਦਾ ਹੋਵੇ। ਮੇਰੇ ਅੰਦਰ ਦੀ ਘੁਟਨ ਹੋਰ ਵੀ ਵੱਧਦੀ ਜਾ ਰਹੀ ਸੀ। ਕੀ ਸੱਚੇ ਰਿਸ਼ਤੇ ਇੰਨੇ ਅੰਨੇ ਹੋ ਚੁੱਕੇ ਨੇ ਕਿ ਹਵਸ ਦੇ ਅੱਗੇ ਕੁਝ ਵੀ ਨਜ਼ਰ ਨਹੀਂ ਆਉਂਦਾ? ਮੈਂ ਉਹਦੀ ਮਾਸੀ ਹਾਂ, ਯਕੀਨਨ ਉਸ ਦੀ ਮਾਂ ਦੀ ਭੈਣ, ਮਤਲਬ ਮੈਂ ਤਾਂ ਮਾਂ ਹੀ ਹੋਈ ਉਸਦੀ।
ਮੇਰੇ ਲਈ ਉਹ ਬੇਟੇ ਬਰਾਬਰ ਹੈ। ਮੈਂ ਤਾਂ ਉਹ ਤੋਂ ਕੁਝ ਛੁਪਾਉਂਦੀ ਵੀ ਨਹੀਂ। ਜਿਵੇਂ ਉਹ ਮੇਰੇ ਬਾਰੇ ਇੱਦਾਂ ਸੋਚ ਸਕਦਾ ਹੈ, ਕਿਵੇਂ ਉਸ ਦਾ ਦਿਲ ਇਹ ਗੁਨਾਹ ਕਰਨ ਲਈ ਰਾਜ਼ੀ ਹੋ ਸਕਦਾ ਹੈ। ਮੈਂ ਬਹੁਤ ਹੀ ਰੋ ਰਹੀ ਸੀ। ਮੈਂ ਅੰਦਰੋਂ ਇੰਨੀ ਦੁਖੀ ਸੀ ਕਿ ਇਸ ਦਾ ਕੋਈ ਅੰਦਾਜ਼ਾ ਨਹੀਂ ਸੀ ਲਗਾ ਸਕਦਾ। ਉਹ ਹਰ ਵਕਤ ਮੇਰੇ ਨਾਲ ਮਜ਼ਾਕ ਕਰਦਾ ਰਹਿੰਦਾ। ਮੈਂ ਵੀ ਉਹਦੇ ਨਾਲ ਘੁਲੀ ਮਿਲੀ ਰਹਿੰਦੀ। ਜਦੋਂ ਉਹ ਇੱਥੇ ਆਇਆ ਸੀ ਤਾਂ ਮੇਰੇ ਨਾਲ ਦੇਰ ਰਾਤ ਤੱਕ ਗੱਲਾਂ ਕਰਦਾ ਰਹਿੰਦਾ, ਹੱਸਦਾ ਰਹਿੰਦਾ ਤੇ ਮਜ਼ਾਕ ਵੀ ਕਰਦਾ ਰਹਿੰਦਾ। ਮੈਂ ਇਹਨਾਂ ਸੋਚਾਂ ਵਿੱਚ ਹੀ ਖੋਈ ਹੋਈ ਸੀ ਤਾਂ ਉਦੋਂ ਹੀ ਰਮਨ ਦਰਵਾਜ਼ਾ ਖੜਕਾ ਕੇ ਅੰਦਰ ਆਉਂਦਾ ਹੈ। ਹੁਣ ਵੀ ਉਸ ਦੇ ਹੱਥ ਵਿੱਚ ਦੁੱਧ ਦਾ ਗਿਲਾਸ ਤੇ ਦਵਾਈ ਸੀ। ਉਹ ਬੜੇ ਆਰਾਮ ਨਾਲ ਮੇਰੇ ਸਾਹਮਣੇ ਬੈਠ ਗਿਆ। ਉਹਦੇ ਬੈੱਡ ਤੇ ਬੈਠਦੇ ਹੀ ਮੈਂ ਡਰ ਕੇ ਥੋੜੀ ਜਿਹੀ ਪਿੱਛੇ ਹਟ ਗਈ। ਨਾ ਜਾਣੇ ਪਤਾ ਨਹੀਂ ਕੀ ਕਰ ਦੇਵੇ। ਤੇ ਗੱਲ ਸਹੀ ਵੀ ਸੀ। ਜੋ ਕੁਝ ਮੈਂ ਡਾਕਟਰ ਤੋਂ ਸੁਣ ਕੇ ਆਈ ਸੀ, ਮੇਰੀ ਜਗ੍ਹਾ ਕੋਈ ਹੋਰ ਵੀ ਹੁੰਦਾ ਤਾਂ ਉਸ ਵਕਤ ਉਸ ਤੋਂ ਡਰ ਕੇ ਪਿੱਛੇ ਹੀ ਹੋ ਜਾਂਦਾ। ਉਹ ਮੈਨੂੰ ਐਵੇਂ ਡਰਿਆ ਦੇਖ ਹੈਰਾਨ ਹੋ ਗਿਆ। ਕੀ ਗੱਲ ਮਾਸੀ, ਇੰਨਾ ਡਰ ਕਿਉਂ ਰਹੇ ਹੋ? ਸਭ ਠੀਕ ਹੈ ਨਾ? ਲਓ ਦੁੱਧ ਪੀ ਲਓ ਤੇ ਆਰਾਮ ਕਰ ਲਓ। ਮੈਂ ਗਲਾਸ ਉਸ ਦੇ ਹੱਥ ਵਿੱਚੋਂ ਲੈ ਕੇ ਸਾਈਡ ਤੇ ਰੱਖ ਦਿੱਤਾ, ਕਿਉਂਕਿ ਮੈਂ ਜਾਣਦੀ ਸੀ ਉਹ ਹੁਣ ਮੇਰੇ ਕੋਲ ਬੈਠ ਕੇ ਆਫਿਸ ਦੀਆਂ ਗੱਲਾਂ ਸੁਣਾਵੇਗਾ। ਜਦੋਂ ਤੱਕ ਮੇਰੀ ਅੱਖਾਂ ਵਿੱਚ ਨੀਂਦ ਨਹੀਂ ਆ ਜਾਵੇ ਉਦੋਂ ਤੱਕ ਉਹ ਉੱਠ ਕੇ ਬਾਹਰ ਨਹੀਂ ਜਾਵੇਗਾ। ਉਹ ਮੈਨੂੰ ਥੋੜਾ ਗੁੱਸੇ ਵਿੱਚ ਦੇਖ ਕੇ ਡਰ ਗਿਆ ਤੇ ਥੋੜਾ ਹੈਰਾਨ ਵੀ ਹੋਇਆ। ਮੈਨੂੰ ਕਹਿਣ ਲੱਗਾ, ਕੀ ਹੋਇਆ ਮਾਸੀ, ਤੁਹਾਡੀ ਸਿਹਤ ਤਾਂ ਠੀਕ ਹੈ? ਮੈਨੂੰ ਇਦਾਂ ਦੇਖ ਕੇ ਉਹ ਥੋੜਾ ਪਰੇਸ਼ਾਨ ਜਿਹਾ ਹੋ ਗਿਆ। ਮੈਨੂੰ ਉਹਦੇ ਤੇ ਹੋਰ ਵੀ ਗੁੱਸਾ ਆਉਣ ਲੱਗਾ। ਮੇਰੇ ਸਾਹਮਣੇ ਉਹ ਕਿਵੇਂ ਡਰਾਮੇ ਕਰ ਰਿਹਾ ਸੀ, ਜਿਵੇਂ ਉਹ ਬਹੁਤ ਹੀ ਮਾਸੂਮ ਹੋਵੇ, ਅਣਜਾਣ ਹੋਵੇ। ਪਹਿਲਾਂ ਤਾਂ ਮੇਰਾ ਮਨ ਕੀਤਾ ਕਿ ਉਸ ਤੇ ਜ਼ੋਰ ਨਾਲ ਚਪੇੜ ਮਾਰਾਂ, ਫਿਰ ਉਹਦੇ ਸਾਹਮਣੇ ਰਿਪੋਰਟ ਕੱਢ ਕੇ ਰੱਖ ਦੇਵਾਂ, ਦੇਖ ਤੇਰੀ ਸ਼ਰਾਫਤ ਦਾ ਸਬੂਤ। ਉਹਨੂੰ ਧੱਕਾ ਮਾਰ ਕੇ ਬਾਹਰ ਕੱਢ ਦੇਵਾਂ, ਪਰ ਮੈਂ ਚਾਹੁੰਦੀ ਸੀ ਕਿ ਉਹਨੂੰ ਰੰਗੇ ਹੱਥੀ ਫੜਾਂ, ਨਹੀਂ ਤਾਂ ਉਹ ਮੁੱਕਰ ਜਾਵੇਗਾ। ਮੈਂ ਕਿਹਾ, ਮੇਰੇ ਸਿਰ ਵਿੱਚ ਬਹੁਤ ਦਰਦ ਹੋ ਰਿਹਾ ਹੈ, ਮੈਨੂੰ ਨੀਂਦ ਵੀ ਆ ਰਹੀ ਹੈ, ਮੈਨੂੰ ਉਠਾਉਣ ਦੀ ਕੋਸ਼ਿਸ਼ ਨਾ ਕਰੀ। ਇੱਦਾਂ ਸੁਣ ਕੇ ਉਹ ਚੁੱਪ ਹੋ ਗਿਆ, ਉੱਠ ਕੇ ਕਮਰੇ ਦੇ ਦਰਵਾਜ਼ੇ ਤੱਕ ਚਲਾ ਗਿਆ। ਤੁਸੀਂ ਆਰਾਮ ਕਰੋ, ਹਾਂ ਇਹ ਦੁੱਧ ਜ਼ਰੂਰ ਪੀ ਲੈਣਾ, ਤੁਸੀਂ ਰੋਟੀ ਵੀ ਨਹੀਂ ਖਾਧੀ। ਉਹ ਮੈਨੂੰ ਦੁਬਾਰਾ ਦੁੱਧ ਪੀਣ ਲਈ ਕਹਿ ਕੇ ਚਲਾ ਗਿਆ। ਮੈਂ ਇਹ ਜਾਣਨਾ ਚਾਹੁੰਦੀ ਸੀ ਉਹ ਮੈਨੂੰ ਦੁੱਧ ਤੇ ਦਵਾ ਖਵਾ ਕੇ ਮੇਰੇ ਨਾਲ ਕੀ ਕਰਦਾ ਸੀ। ਮੈਂ ਉਹ ਦੁੱਧ ਦਾ ਗਿਲਾਸ ਖਿੜਕੀ ਤੋਂ ਬਾਹਰ ਡੋਲ ਦਿੱਤਾ ਸੀ, ਜੋ ਬਾਹਰ ਗਲੀ ਵਿੱਚ ਖੁੱਲਦੀ ਸੀ, ਤੇ ਦਵਾਈ ਦਰਾਜ ਦੇ ਅੰਦਰ ਰੱਖ ਦਿੱਤੀ। ਮੈਂ ਲਾਈਟ ਬੰਦ ਕਰਕੇ ਸੌਂ ਗਈ। ਹੁਣ ਮੈਨੂੰ ਉਸ ਟਾਈਮ ਦਾ ਇੰਤਜ਼ਾਰ ਸੀ ਜਦੋਂ ਰਮਨ ਆਵੇਗਾ। 1 ਘੰਟਾ ਲੰਘ ਚੁੱਕਾ ਸੀ, ਪਰ ਮੇਰੇ ਕਮਰੇ ਵਿੱਚ ਕੋਈ ਨਾ ਆਇਆ। ਮੈਂ ਉਸ ਦਾ ਇੰਤਜ਼ਾਰ ਕਰਦੀ ਕਰਦੀ ਤੰਗ ਆ ਚੁੱਕੀ ਸੀ। ਮੈਨੂੰ ਨੀਂਦ ਵੀ ਆਉਣ ਲੱਗੀ, ਇਸ ਲਈ ਸੋਚਿਆ ਕਿ ਮੈਂ ਖੁਦ ਜਾ ਕੇ ਦੇਖ ਆਉਂਦੀ ਹਾਂ ਉਹ ਕੀ ਕਰ ਰਿਹਾ ਏ। ਮੈਂ ਉੱਠ ਕੇ ਆਪਣੇ ਕਮਰੇ ਤੋਂ ਬਾਹਰ ਨਿਕਲ ਆਈ। ਸਾਹਮਣੇ ਵਾਲਾ ਕਮਰਾ ਰਮਨ ਦਾ ਸੀ। ਮੈਂ ਹੌਲੀ-ਹੌਲੀ ਉਸਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਮੇਰੇ ਤਾਂ ਹੋਸ਼ ਹੀ ਉੱਡ ਗਏ, ਉਹ ਤਾਂ ਕਮਰੇ ਵਿੱਚ ਹੀ ਸੀ। ਮੈਂ ਕਮਰੇ ਦਾ ਦਰਵਾਜ਼ਾ ਹੌਲੀ-ਹੌਲੀ ਬੰਦ ਕਰ ਦਿੱਤਾ ਤੇ ਆਪਣੇ ਕਮਰੇ ਵਿੱਚ ਆ ਗਈ। ਮੇਰੇ ਮਨ ਵਿੱਚ ਉਹ ਗੱਲ ਆਉਣ ਲੱਗੀ ਜਦੋਂ ਸੁਨੇਹਾ ਦਾ ਮੈਨੂੰ ਪਹਿਲੀ ਵਾਰ ਫੋਨ ਆਇਆ ਸੀ। ਉਹ ਕਹਿਣ ਲੱਗੀ ਕਿ ਰਮਨ ਸ਼ਹਿਰ ਵਿੱਚ ਨੌਕਰੀ ਕਰਨਾ ਚਾਹੁੰਦਾ ਹੈ, ਪਰ ਤੂੰ ਜਾਣਦੀ ਹੈ ਮੈਂ ਇਸ ਗੱਲ ਵਿੱਚ ਬਿਲਕੁਲ ਵੀ ਰਾਜ਼ੀ ਨਹੀਂ ਕਿ ਉਸ ਨੂੰ ਹੋਸਟਲ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦੇ ਸਕਦੀ। ਉੱਥੇ ਕਈ ਕਿਸਮ ਦੇ ਨੌਜਵਾਨ ਹੁੰਦੇ ਨੇ। ਮੇਰਾ ਰਮਨ ਸਿੱਧਾ ਸਾਦਾ ਹੈ, ਕਿਤੇ ਉਹ ਗਲਤ ਲੋਕਾਂ ਵਿੱਚ ਨਾ ਫਸ ਜਾਵੇ। ਤੇ ਤੂੰ ਜਾਣਦੀ ਹੈ ਕਿ ਅਸੀਂ ਇਹਦੀ ਦੇਖਭਾਲ ਕਿਵੇਂ ਕੀਤੀ। ਮੇਰਾ ਮੁੰਡਾ ਬਹੁਤ ਸ਼ਰੀਫ ਹੈ। ਮੇਰਾ ਸਿਰ ਫਟਣ ਲੱਗਿਆ ਕਿਉਂਕਿ ਮੇਰਾ ਭਾਂਜਾ ਉਸ ਸਮੇਂ ਆਪਣੇ ਕਮਰੇ ਵਿੱਚ ਬੈਠ ਕੇ ਸਿਗਰਟ ਪੀ ਰਿਹਾ ਸੀ। ਉਹ ਇਹ ਗੱਲ ਤੋਂ ਅਣਜਾਣ ਸੀ ਕਿ ਮੈਂ ਉਸ ਨੂੰ ਸਿਗਰਟ ਪੀਂਦੇ ਹੋਏ ਦੇਖ ਲਿਆ ਸੀ। ਮੇਰੀ ਭੈਣ ਦਿਲ ਦੀ ਮਰੀਜ਼ ਸੀ। ਜੇ ਉਹ ਇਹ ਸੱਚ ਜਾਣ ਜਾਂਦੀ ਕਿ ਰਮਨ ਨੇ ਮੇਰੇ ਨਾਲ ਕੀ ਕੀਤਾ, ਸ਼ਾਇਦ ਉਹ ਸੁਣਦੇ ਹੀ ਮਰ ਜਾਂਦੀ। ਪਰ ਹੁਣ ਮੈਂ ਸੋਚਿਆ ਕਿ ਰਮਨ ਨੂੰ ਮੈਂ ਸਵੇਰੇ ਹੀ ਕਹਿ ਦਿਆਂਗੀ ਕਿ ਉਹ ਆਪਣੇ ਰਹਿਣ ਦਾ ਇੰਤਜ਼ਾਮ ਕਿਤੇ ਹੋਰ ਕਰ ਲਵੇ। ਮੈਂ ਹੁਣ ਉਸ ਨੂੰ ਆਪਣੇ ਘਰ ਨਹੀਂ ਰੱਖ ਸਕਦੀ। ਮੈਂ ਆਪਣਾ ਦਰਵਾਜ਼ਾ ਬੰਦ ਕੀਤਾ ਤੇ ਸੌਂ ਗਈ। ਸਵੇਰੇ ਦਰਵਾਜ਼ਾ ਬੜੇ ਜ਼ੋਰ ਨਾਲ ਖੜਕਾਇਆ। ਮੈਂ ਉੱਠੀ ਤੇ ਜਦੋਂ ਦਰਵਾਜ਼ਾ ਖੋਲ੍ਹਿਆ, ਸਾਹਮਣੇ ਦੇਖਿਆ ਤਾਂ ਰਮਨ ਮੈਨੂੰ ਬਹੁਤ ਗੁੱਸੇ ਨਾਲ ਦੇਖ ਰਿਹਾ ਸੀ। ਮਾਸੀ, ਤੁਸੀਂ ਦਰਵਾਜ਼ਾ ਕਿਉਂ ਬੰਦ ਕੀਤਾ ਸੀ? ਉਸ ਦਾ ਮੇਰੇ ਤੇ ਰੂਪ ਮਾਰਨਾ, ਮੈਨੂੰ ਵੀ ਉਹਦੇ ਤੇ ਥੋੜਾ ਗੁੱਸਾ ਆ ਗਿਆ ਸੀ। ਉਹ ਹੁੰਦਾ ਕੌਣ ਹੈ ਮੇਰੇ ਨਾਲ ਇਸ ਤਰ੍ਹਾਂ ਨਾਲ ਗੱਲ ਕਰਨ ਵਾਲਾ? ਸ਼ਾਇਦ ਉਸ ਨੂੰ ਤਕਲੀਫ ਇਸ ਗੱਲ ਦੀ ਸੀ ਕਿ ਮੈਂ ਉਸ ਦਾ ਰਸਤਾ ਬੰਦ ਕਰ ਦਿੱਤਾ ਸੀ। ਜਿਹੜਾ ਗੁਨਾਹ ਉਹ ਮੇਰੇ ਨਾਲ ਕਰ ਰਿਹਾ ਸੀ, ਇਸ ਕਰਕੇ ਉਹ ਮੇਰੇ ਨਾਲ ਗੁੱਸੇ ਵਿੱਚ ਗੱਲ ਕਰ ਰਿਹਾ ਸੀ। ਮੈਂ ਕਿਹਾ, ਤੂੰ ਹੁੰਦਾ ਕੌਣ ਹੈ ਮੈਨੂੰ ਇਹ ਸਭ ਪੁੱਛਣ ਵਾਲਾ? ਉਹ ਮੈਨੂੰ ਗੁੱਸੇ ਵਿੱਚ ਦੇਖ ਕੇ ਥੋੜਾ ਜਿਹਾ ਹੈਰਾਨ ਹੋ ਗਿਆ ਤੇ ਪਿਆਰ ਨਾਲ ਬੋਲਿਆ ਕਿ ਮਾਸੀ ਜੀ, ਰਾਤ ਤੁਹਾਡੀ ਤਬੀਅਤ ਠੀਕ ਨਹੀਂ ਸੀ, ਮੈਨੂੰ ਤੁਹਾਡੀ ਫਿਕਰ ਹੋ ਰਹੀ ਸੀ। ਮੈਂ ਕਦੋਂ ਦਾ ਦਰਵਾਜ਼ਾ ਖੜਕਾ ਰਿਹਾ ਸੀ, ਪਰ ਤੁਸੀਂ ਜਵਾਬ ਨਹੀਂ ਦਿੱਤਾ।
ਤਾਂ ਮੈਂ ਥੋੜ੍ਹਾ ਜਿਹਾ ਪਰੇਸ਼ਾਨ ਹੋ ਗਿਆ। ਮੈਨੂੰ ਲੱਗਿਆ ਕਿ ਤੁਸੀਂ ਬੇਹੋਸ਼ ਨਾ ਹੋ ਗਏ ਹੋਵੋ, ਇਸ ਲਈ ਮੈਂ ਦਰਵਾਜ਼ਾ ਖੋਲ੍ਹਣਾ ਚਾਹਿਆ, ਪਰ ਤੁਸੀਂ ਦਰਵਾਜ਼ਾ ਅੰਦਰੋਂ ਲੌਕ ਕਿਉਂ ਕੀਤਾ ਸੀ? ਤੁਸੀਂ ਪਲੀਜ਼ ਅੱਗੇ ਤੋਂ ਦਰਵਾਜ਼ਾ ਅੰਦਰ ਤੋਂ ਲੌਕ ਨਾ ਕਰਿਆ ਕਰੋ। ਮੈਨੂੰ ਉਸ ਦੀ ਝੂਠੀ ਫਿਕਰ ਦਿਖਾਵੇ ਦੀ ਪਰੇਸ਼ਾਨੀ ਨੂੰ ਦੇਖ ਬਹੁਤ ਹੀ ਗੁੱਸਾ ਆਇਆ। ਮੈਂ ਕਿਹਾ, ਤੈਨੂੰ ਮੇਰੀ ਫਿਕਰ ਕਰਨ ਦੀ ਕੋਈ ਲੋੜ ਨਹੀਂ, ਤੇ ਮੈਂ ਕਮਰੇ 'ਚੋਂ ਬਾਹਰ ਆ ਗਈ। ਆਪਣੇ ਲਈ ਨਾਸ਼ਤਾ ਬਣਾਇਆ ਅਤੇ ਰੋਟੀ ਖਾ ਕੇ ਆਪਣੇ ਗੁਆਂਢੀਆਂ ਦੇ ਘਰ ਸਹੇਲੀ ਕੋਲ ਚਲੀ ਗਈ। ਮੇਰੇ ਗੁਆਂਢ ਵੀ ਮੇਰੀ ਉਮਰ ਦੀ ਇੱਕ ਕੁੜੀ ਰਹਿੰਦੀ ਸੀ, ਵਿਆਹੀ ਬੱਚਿਆਂ ਵਾਲੀ ਸੀ। ਮੇਰੀ ਦੋਸਤੀ ਉਸ ਨਾਲ ਬਹੁਤ ਪੱਕੀ ਸੀ। ਉਸ ਦੇ ਪਤੀ ਵੀ ਮੈਨੂੰ ਆਪਣੀ ਛੋਟੀ ਭੈਣ ਸਮਝਦੇ ਸਨ। ਜਦੋਂ ਵੀ ਉਹ ਬਾਜ਼ਾਰ ਜਾਂਦੇ ਮੈਨੂੰ ਪੁੱਛਦੇ ਕਿ ਭੈਣੇ, ਤੁਸੀਂ ਕੁਝ ਮੰਗਵਾਉਣਾ ਹੋਵੇ ਤਾਂ ਬਿਨਾਂ ਤਕਲੀਫ ਮੈਨੂੰ ਦੱਸ ਦਿਓ। ਮੈਂ ਅਕਸਰ ਉਹਨਾਂ ਤੋਂ ਸਮਾਨ ਮੰਗਵਾ ਲੈਂਦੀ ਸੀ, ਪਰ ਜਦੋਂ ਦਾ ਰਮਨ ਆਇਆ ਸੀ ਮੈਂ ਹਰ ਕੰਮ ਰਮਨ ਨੂੰ ਕਹਿ ਦਿੰਦੀ ਸੀ। ਉਸ ਵਕਤ ਤਾਂ ਮੇਰੇ ਆਪਣੇ ਗਵਾਂਢੀਆਂ ਤੋਂ ਇਹ ਕੰਮ ਸੀ, ਕਿਉਂਕਿ ਮੈਂ ਆਪਣਾ ਅਬੋਰਸ਼ਨ ਕਰਵਾਉਣਾ ਸੀ। ਮੇਰੇ ਪਤੀ ਜਲਦੀ ਹੀ ਆਉਣ ਵਾਲੇ ਸਨ। ਮੇਰੇ ਕੋਲ ਇਹ ਗੁਨਾਹ ਨੂੰ ਖਤਮ ਕਰਵਾਉਣ ਤੋਂ ਬਿਨਾਂ ਕੋਈ ਹੋਰ ਦੂਜਾ ਰਸਤਾ ਨਹੀਂ ਸੀ, ਪਰ ਮੈਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਮੈਂ ਆਪਣੀ ਸਹੇਲੀ ਨੂੰ ਕੀ ਕਹਾਂਗੀ। ਨਾ ਜਾਣੇ ਉਹ ਮੇਰੇ ਬਾਰੇ ਕੀ ਸੋਚੇਗੀ, ਪਰ ਮੈਨੂੰ ਕਿਸੇ ਨਾ ਕਿਸੇ ਔਰਤ ਦੀ ਤਾਂ ਜ਼ਰੂਰਤ ਸੀ, ਉਹ ਵੀ ਬਿਨਾਂ ਸੱਚ ਦੱਸੇ। ਮੈਨੂੰ ਇਹ ਕਦਮ ਉਠਾਉਣਾ ਹੀ ਪੈਣਾ ਸੀ, ਕਿਉਂਕਿ ਜੇ ਇਹ ਗੱਲ ਮੈਂ ਸੁਨੇਹਾ ਨੂੰ ਦੱਸਦੀ ਤਾਂ ਉਹ ਸਹਿਣ ਨਾ ਕਰ ਪਾਉਂਦੀ। ਜੇ ਸਭ ਕੁਝ ਮੈਂ ਆਪਣੇ ਪਤੀ ਨੂੰ ਦੱਸਦੀ ਤਾਂ ਉਹ ਮੈਨੂੰ ਕਦੇ ਵੀ ਆਪਣੀ ਪਤਨੀ ਨਾ ਕਹਿੰਦਾ। ਮੇਰਾ ਤਾਂ ਘਰ ਬਰਬਾਦ ਹੋ ਜਾਂਦਾ। ਮੈਂ ਇਹੋ ਜਿਹੀ ਪਰੇਸ਼ਾਨੀ ਦਾ ਸ਼ਿਕਾਰ ਸੀ ਜਿਹੜੀ ਸਿਰਫ ਮੈਂ ਹੀ ਜਾਣਦੀ ਸੀ। ਮੈਂ ਨੂਰੀ ਨੂੰ ਕਿਹਾ ਕਿ ਮੇਰੇ ਪੇਟ ਵਿੱਚ ਬੱਚਾ ਹੈ, ਮੈਂ ਉਸ ਦਾ ਅਬੋਰਸ਼ਨ ਕਰਵਾਉਣਾ ਹੈ, ਇਸ ਲਈ ਉਹ ਮੇਰੇ ਨਾਲ ਡਾਕਟਰ ਕੋਲ ਚੱਲੇ। ਉਹ ਮੇਰੀ ਗੱਲ ਮੰਨ ਗਈ ਤੇ ਮੈਂ ਉਸ ਡਾਕਟਰ ਕੋਲ ਨਹੀਂ ਗਈ ਸੀ ਜਿਸ ਤੋਂ ਮੈਂ ਕਈ ਸਾਲਾਂ ਤੋਂ ਆਪਣਾ ਇਲਾਜ ਕਰਵਾ ਰਹੀ ਸੀ, ਬਲਕਿ ਇੱਕ ਨਵੀਂ ਲੇਡੀ ਡਾਕਟਰ ਕੋਲ ਗਈ ਸੀ ਤਾਂ ਜੋ ਉਹ ਮੇਰਾ ਇਹ ਕੰਮ ਆਰਾਮ ਨਾ ਕਰ ਦੇਵੇ। ਉਹ ਲੇਡੀ ਡਾਕਟਰ ਮੰਨ ਗਈ। ਅਬੋਰਸ਼ਨ ਕਰਵਾਉਣ ਤੋਂ ਪਹਿਲਾਂ ਉਸ ਰਾਤ ਮੇਰੇ ਨਾਲ ਕੁਝ ਅਜਿਹਾ ਹੋਇਆ ਜਿਸ ਨਾਲ ਮੇਰੀ ਰੂਹ ਹੀ ਕੰਬ ਗਈ। ਮੈਂ ਰਾਤ ਨੂੰ ਘਰ ਆਉਂਦੇ ਹੀ ਰਮਨ ਨੂੰ ਕਹਿ ਦਿੱਤਾ ਕਿ ਮੈਂ ਤੈਨੂੰ ਆਪਣੇ ਘਰ ਨਹੀਂ ਰੱਖ ਸਕਦੀ। ਮੇਰੀ ਇਹ ਗੱਲ ਸੁਣ ਕੇ ਉਹ ਹੈਰਾਨ ਹੋ ਗਿਆ। ਮਾਸੀ ਜੀ, ਤੁਸੀਂ ਇਹ ਕੀ ਕਹਿ ਰਹੇ ਹੋ? ਮੈਂ ਕਿਉਂ ਤੁਹਾਨੂੰ ਛੱਡ ਕੇ ਜਾਵਾਂਗਾ? ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ, ਮੈਂ ਤਾਂ ਕਿਤੇ ਵੀ ਰਹਿ ਲਵਾਂਗਾ, ਪਰ ਤੁਸੀਂ ਇਕੱਲੇ ਕਿਵੇਂ ਰਹੋਗੇ? ਰਮਨ ਮੇਰੀ ਫਿਕਰ ਕਰ ਰਿਹਾ ਸੀ। ਮੈਂ ਕਿਹਾ ਕਿ ਤੇਰੇ ਆਉਣ ਤੋਂ ਪਹਿਲਾਂ ਵੀ ਮੈਂ ਇਕੱਲੀ ਹੀ ਰਹਿ ਰਹੀ ਸੀ, ਜਲਦੀ ਤੋਂ ਜਲਦੀ ਆਪਣੇ ਰਹਿਣ ਦਾ ਇੰਤਜ਼ਾਮ ਕਰ ਲੈ। ਉਸਨੇ ਕੋਈ ਜਵਾਬ ਨਹੀਂ ਦਿੱਤਾ, ਪਰ ਚਿਹਰੇ ਤੋਂ ਪਰੇਸ਼ਾਨ ਜ਼ਰੂਰ ਲੱਗ ਰਿਹਾ ਸੀ। ਮੈਂ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ। ਰਾਤ ਨੂੰ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਨੂੰ ਲੱਗਾ ਕਿ ਮੇਰੇ ਬਰਾਬਰ ਕੋਈ ਸੁੱਤਾ ਪਿਆ ਹੈ। ਮੈਂ ਬੁਰੀ ਤਰ੍ਹਾਂ ਡਰ ਗਈ ਸੀ। ਇੰਨਾ ਹਨੇਰਾ ਸੀ ਕਿ ਮੈਂ ਉਸ ਨੂੰ ਦੇਖ ਹੀ ਨਹੀਂ ਪਾ ਰਹੀ ਸੀ। ਬਸ ਇਹੀ ਨਜ਼ਰ ਆ ਰਿਹਾ ਸੀ ਕਿ ਮੇਰੇ ਬਰਾਬਰ ਕੋਈ ਸੁੱਤਾ ਪਿਆ ਹੈ। ਮੈਨੂੰ ਜਲਦਬਾਜ਼ੀ ਵਿੱਚ ਕੁਝ ਨਾ ਸੁੱਝਿਆ ਤਾਂ ਮੈਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਪਰ ਅਗਲੇ ਹੀ ਪਲ ਮੇਰੇ ਨਾਲ ਪਿਆ ਆਦਮੀ ਉੱਠ ਕੇ ਬੈਠ ਗਿਆ। ਇਸ ਤੋਂ ਪਹਿਲਾਂ ਕਿ ਮੈਂ ਬੈੱਡ ਤੋਂ ਉੱਠਦੀ, ਉਸਨੇ ਮੇਰੇ ਮੂੰਹ ਉੱਤੇ ਹੱਥ ਰੱਖ ਲਿਆ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਆਪ ਨੂੰ ਬਚਾਉਣ ਲਈ ਕੋਈ ਰਾਸਤਾ ਸੋਚਦੀ, ਉਹ ਆਦਮੀ ਨੇ ਸਾਈਡ ਤੇ ਪਏ ਲੈਂਪ ਔਨ ਕਰ ਦਿੱਤਾ। ਮੈਂ ਉਸ ਆਦਮੀ ਨੂੰ ਦੇਖ ਕੇ ਆਪਣੇ ਹੋਸ਼ ਖੋ ਬੈਠੀ। ਮੇਰੇ ਸਾਹਮਣੇ ਮੇਰਾ ਪਤੀ ਸੀ। ਗੋਲਡੀ, ਤੁਸੀਂ ਕਦੋਂ ਘਰ ਆ ਗਏ? ਉਹ ਵੀ ਮੈਨੂੰ ਬਿਨਾਂ ਦੱਸੇ। ਉਹ ਅਚਾਨਕ ਹੀ ਆ ਗਏ ਸਨ। ਉਹ ਹੱਸਣ ਲੱਗੇ। ਉਹ ਕਹਿਣ ਲੱਗੇ ਕਿ ਤੈਨੂੰ ਸਰਪ੍ਰਾਈਜ਼ ਦੇਣਾ ਸੀ। ਜਦੋਂ ਮੈਂ ਘਰ ਪਹੁੰਚਿਆ ਸੀ ਤਾਂ ਰਮਨ ਨੇ ਦਰਵਾਜ਼ਾ ਖੋਲ੍ਹ ਦਿੱਤਾ ਸੀ। ਉਹਨੂੰ ਪਤਾ ਸੀ ਕਿ ਮੈਂ ਆ ਰਿਹਾ ਹਾਂ, ਪਰ ਜਦੋਂ ਮੈਂ ਤੇਰੇ ਕਮਰੇ ਵਿੱਚ ਆਉਣ ਲੱਗਿਆ ਤਾਂ ਦਰਵਾਜ਼ਾ ਬੰਦ ਸੀ। ਮੈਨੂੰ ਖਿੜਕੀ ਵਾਲੇ ਰਸਤਿਓਂ ਅੰਦਰ ਆਉਣਾ ਪਿਆ। ਤੂੰ ਵੀ ਅਜੀਬ ਹੈ, ਇੱਥੇ ਕਿਹੜਾ ਕੋਈ ਗੈਰ ਸੀ ਜਿਹੜਾ ਤੂੰ ਦਰਵਾਜ਼ਾ ਬੰਦ ਕਰਕੇ ਸੁੱਤੀ ਸੀ? ਗੋਲਡੀ ਦੀ ਗੱਲ ਤਾਂ ਮੈਂ ਕੀ ਜਵਾਬ ਦਿੰਦੀ। ਉਸ ਵਕਤ ਮੈਂ ਬਹੁਤ ਜ਼ਿਆਦਾ ਦੁਖੀ ਸੀ, ਇਸ ਲਈ ਕਿ ਮੈਂ ਗੋਲਡੀ ਦੇ ਗੱਲ ਲੱਗ ਕੇ ਰੋਣ ਲੱਗ ਪਈ। ਉਹ ਮੈਨੂੰ ਇੱਦਾਂ ਰੋਂਦੇ ਦੇਖ ਕੇ ਸਮਝੇ ਕਿ ਮੈਂ ਉਹਨਾਂ ਤੋਂ ਬਿਨਾਂ ਉਦਾਸ ਹੀ ਹੋ ਗਈ ਸੀ, ਇਸ ਲਈ ਉਹ ਮੈਨੂੰ ਅਚਾਨਕ ਦੇਖ ਕੇ ਰੋਣ ਲੱਗ ਪਈ। ਪਰ ਹਕੀਕਤ ਤਾਂ ਮੈਂ ਹੀ ਜਾਣਦੀ ਹਾਂ ਕਿ ਮੇਰੇ ਤੇ ਕੀ ਬੀਤ ਰਹੀ ਸੀ। ਉਹ ਮੈਨੂੰ ਤਸੱਲੀ ਦੇਣ ਲੱਗੇ ਕਿ ਜਦੋਂ ਮੈਂ ਸਵੇਰੇ ਉੱਠੀ ਤਾਂ ਗੋਲਡੀ ਉਦੋਂ ਵੀ ਸੌਂ ਰਹੇ ਸੀ। ਮੈਂ ਬਹੁਤ ਪਰੇਸ਼ਾਨ ਸੀ। ਅੱਜ ਮੈਂ ਡਾਕਟਰ ਦੇ ਕੋਲ ਅਬੋਰਸ਼ਨ ਕਰਵਾਉਣ ਜਾਣਾ ਸੀ, ਪਰ ਇਹ ਸਭ ਗੋਲਡੀ ਦੀ ਮੌਜੂਦਗੀ ਵਿੱਚ ਨਾਮੁਮਕਿਨ ਸੀ। ਮੈਂ ਇਹ ਸੋਚ ਕੇ ਪਰੇਸ਼ਾਨ ਸੀ ਕਿ ਮੈਂ ਗੋਲਡੀ ਨੂੰ ਕੀ ਬਹਾਨਾ ਲਗਾਵਾਂਗੀ। ਮੈਂ ਪਰੇਸ਼ਾਨ ਜਿਹੀ ਬਾਹਰ ਆ ਕੇ ਬੈਠ ਗਈ। ਜਦੋਂ ਰਮਨ ਰਸੋਈ ਵਿੱਚ ਆਇਆ ਤਾਂ ਉਸਨੇ ਆਪਣੇ ਲਈ ਨਾਸ਼ਤਾ ਬਣਾ ਕੇ ਟੇਬਲ ਤੇ ਰੱਖਿਆ। ਉਹ ਮੈਨੂੰ ਦੇਖ ਕੇ ਹੱਸਣ ਲੱਗ ਪਿਆ ਤੇ ਕਿਹਾ, ਕਿਵੇਂ ਲੱਗਿਆ ਮਾਸੀ ਜੀ ਤੁਹਾਨੂੰ ਅੰਕਲ ਦਾ ਸਰਪ੍ਰਾਈਜ਼?
ਮੈਂ ਉਸ ਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਕਿਹਾ, ਤੂੰ ਕਿੰਨਾ ਢੀਠ ਹੈ, ਡਰਾਮੇਬਾਜ਼ ਇਨਸਾਨ ਹੈ, ਕਿੰਨਾ ਮਾਸੂਮ ਬਣਦਾ ਹੈ, ਤੈਨੂੰ ਸ਼ਰਮ ਨਹੀਂ ਆਉਂਦੀ? ਇੱਕ ਪਾਸੇ ਮਾਸੀ ਕਹਿਣਾ ਤੇ ਦੂਜੇ ਪਾਸੇ ਇਹ ਸਭ। ਮੈਂ ਥੱਕ ਚੁੱਕੀ ਸੀ, ਇਸ ਲਈ ਬਿਨਾਂ ਲਿਹਾਜ਼ ਕੀਤੇ ਮੇਰੇ ਮੂੰਹ ਵਿੱਚ ਜੋ ਆਇਆ ਮੈਂ ਕਹਿ ਦਿੱਤਾ ਤੇ ਉਹ ਇੰਨਾ ਢੀਠ ਸੀ ਕਿ ਹੁਣ ਵੀ ਮੈਨੂੰ ਹੈਰਾਨ ਹੋ ਕੇ ਦੇਖ ਰਿਹਾ ਸੀ। ਮੈਨੂੰ ਕਹਿਣ ਲੱਗਿਆ ਕਿ ਕੀ ਕਹੀ ਜਾਂਦੇ ਹੋ ਮਾਸੀ, ਮੈਨੂੰ ਤੁਹਾਡੀ ਗੱਲ ਬਿਲਕੁਲ ਵੀ ਸਮਝ ਨਹੀਂ ਆ ਰਹੀ। ਮੈਂ ਅਜਿਹਾ ਵੀ ਕੀ ਕੀਤਾ ਹੈ ਜਿਹੜਾ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੱਲ ਕਰ ਰਹੇ ਹੋ? ਮੈਂ ਇਹ ਸੁਣ ਕੇ ਥੋੜਾ ਹੈਰਾਨ ਹੋਈ, ਆਪਣੇ ਕਮਰੇ ਵਿੱਚ ਚਲੀ ਗਈ। ਗੋਲਡੀ ਹੁਣ ਵੀ ਸੌਂ ਰਹੇ ਸਨ। ਮੈਂ ਦਰਾਜ ਵਿੱਚੋਂ ਰਿਪੋਰਟ ਕੱਢੀ ਤੇ ਕਮਰੇ ਤੋਂ ਬਾਹਰ ਆ ਗਈ। ਰਮਨ ਹੁਣ ਮੇਜ਼ ਦੇ ਕੋਲ ਖੜਾ ਸੀ। ਮੈਂ ਉਹ ਰਿਪੋਰਟ ਉਸਦੇ ਮੂੰਹ ਤੇ ਮਾਰੀ, ਜਿਹੜੀ ਰਿਪੋਰਟ ਉਸਦੇ ਮੂੰਹ ਤੇ ਵੱਜ ਕੇ ਜ਼ਮੀਨ ਤੇ ਡਿੱਗ ਪਈ। ਮੈਂ ਕਿਹਾ, ਇਹ ਪੜ੍ਹ ਕੇ ਆਪਣੀ ਗੰਦੀ ਸ਼ਕਲ ਲੈ ਕੇ ਗੋਲਡੀ ਦੇ ਉੱਠਣ ਤੋਂ ਪਹਿਲਾਂ ਦਫਾ ਹੋ ਜਾ ਮੇਰੇ ਘਰੋਂ, ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਗੋਲਡੀ ਨੂੰ ਇਸ ਗੱਲ ਦੀ ਭਿਣਕ ਵੀ ਲੱਗੇ। ਰਮਨ ਨੇ ਜ਼ਮੀਨ ਤੋਂ ਚੱਕ ਕੇ ਉਹ ਰਿਪੋਰਟ ਖੋਲ੍ਹੀ। ਜਿਵੇਂ ਹੀ ਉਸਨੇ ਰਿਪੋਰਟ ਪੜ੍ਹੀ ਤਾਂ ਉਸਦੇ ਚਿਹਰੇ ਦਾ ਰੰਗ ਉੱਡ ਗਿਆ। ਉਹਦੇ ਚਿਹਰੇ ਤੇ ਹੈਰਾਨੀ ਛਾ ਗਈ। ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ, ਇੰਨੇ ਵਿੱਚ ਗੋਲਡੀ ਉੱਠ ਕੇ ਸਾਡੇ ਕੋਲ ਆ ਗਏ। ਉਹ ਉਸਦੇ ਹੱਥ ਤੋਂ ਰਿਪੋਰਟ ਲੈ ਕੇ ਪੜ੍ਹਨ ਲੱਗੇ। ਉਹਨਾਂ ਨੂੰ ਦੇਖ ਕੇ ਮੇਰੀ ਜਾਨ ਹੀ ਤਨ ਤੋਂ ਅਲੱਗ ਹੋ ਗਈ। ਹੁਣ ਮੇਰਾ ਘਰ ਬਰਬਾਦ ਹੋ ਜਾਵੇਗਾ। ਗੋਲਡੀ ਤਾਂ ਹੁਣ ਤਲਾਕ ਹੀ ਦੇ ਦੇਵੇਗਾ। ਮੈਂ ਬੁਰੀ ਤਰ੍ਹਾਂ ਚੱਕਰ ਖਾ ਕੇ ਡਿੱਗ ਪਈ ਸੀ। ਮੈਨੂੰ ਜਦੋਂ ਹੋਸ਼ ਆਇਆ ਤਾਂ ਮੈਂ ਹਸਪਤਾਲ ਵਿੱਚ ਸੀ। ਮੈਨੂੰ ਬੋਤਲ ਲੱਗੀ ਹੋਈ ਸੀ। ਗੋਲਡੀ ਮੈਨੂੰ ਬੜੀ ਗੰਭੀਰਤਾ ਨਾਲ ਦੇਖ ਰਹੇ ਸਨ। ਰਮਨ ਵੀ ਮੇਰੇ ਕੋਲ ਖੜਾ ਸੀ। ਮੈਂ ਕਹਿਣ ਲੱਗੀ, ਗੋਲਡੀ, ਮੇਰਾ ਕੋਈ ਕਸੂਰ ਨਹੀਂ ਹੈ। ਰਮਨ ਮੈਨੂੰ ਨੀਂਦ ਦੀ ਦਵਾਈ ਦਿੰਦਾ ਸੀ। ਮੈਨੂੰ ਕੁਝ ਨਹੀਂ ਪਤਾ ਤੇ ਤੁਸੀਂ ਮੈਨੂੰ ਤਲਾਕ ਨਾ ਦਿਓ। ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦੀ ਹਾਂ। ਮੈਂ ਤੁਹਾਡੇ ਬਿਨਾਂ ਰਹਿ ਨਹੀਂ ਪਾਵਾਂਗੀ। ਮੈਂ ਬਿਸਤਰ ਵਿੱਚ ਪਈ ਹੱਥ ਜੋੜ ਕੇ ਗੋਲਡੀ ਤੋਂ ਮਾਫੀ ਮੰਗ ਰਹੀ ਸੀ। ਗੋਲਡੀ ਮੇਰੇ ਕੋਲੋਂ ਆਏ। ਉਹਨਾਂ ਨੇ ਮੇਰੇ ਜੁੜੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲਿਆ। ਉਹ ਕਹਿਣ ਲੱਗੇ, ਤੂੰ ਪਰੇਸ਼ਾਨ ਨਾ ਹੋ, ਮੈਂ ਤੈਨੂੰ ਨਹੀਂ ਛੱਡਾਂਗਾ। ਮੈਂ ਤੇਰੇ ਸਾਰੇ ਟੈਸਟ ਨਵੇਂ ਕਰਵਾਏ ਨੇ ਤੇ ਤੂੰ ਪ੍ਰੈਗਨੈਂਟ ਨਹੀਂ ਹੈ। ਸ਼ਾਇਦ ਤੇਰੀ ਰਿਪੋਰਟ ਕਿਸੇ ਹੋਰ ਦੀ ਰਿਪੋਰਟ ਨਾਲ ਬਦਲ ਗਈ ਸੀ ਤੇ ਨਾ ਹੀ ਤੂੰ ਗੁਨਾਹਗਾਰ ਹੈ ਤੇ ਨਾ ਹੀ ਰਮਨ ਨੇ ਇਹੋ ਜਿਹਾ ਕੁਝ ਕੀਤਾ ਹੈ ਤੇ ਤੂੰ ਵੀ ਉਹਦੇ ਚਰਿੱਤਰ ਤੇ ਸ਼ੱਕ ਨਾ ਕਰ। ਇਹ ਸਭ ਰਿਪੋਰਟ ਬਦਲਣ ਕਾਰਨ ਹੋਇਆ ਹੈ। ਇਹ ਸਭ ਗਲਤਫਹਿਮੀ ਹੈ। ਮੇਰੀ ਨਜ਼ਰ ਜਦੋਂ ਰਮਨ ਤੇ ਪਈ ਤਾਂ ਉਹ ਰੋ ਰਿਹਾ ਸੀ, ਬਿਨਾਂ ਆਵਾਜ਼ ਕੀਤੇ ਹੰਝੂ ਵਹਾ ਰਿਹਾ ਸੀ। ਉਹ ਮੇਰੇ ਕੋਲ ਆਇਆ ਤੇ ਮੈਨੂੰ ਕਹਿਣ ਲੱਗਿਆ ਕਿ ਮਾਸੀ, ਤੁਸੀਂ ਸੋਚ ਵੀ ਕਿਵੇਂ ਸਕਦੇ ਹੋ ਕਿ ਮੈਂ ਤੁਹਾਡੇ ਨਾਲ ਐਵੇਂ ਕਰ ਸਕਦਾ ਹਾਂ? ਮੈਨੂੰ ਕਦੇ ਵੀ ਆਪਣੀ ਮਾਂ ਤੇ ਤੁਹਾਡੇ ਵਿੱਚ ਫਰਕ ਨਹੀਂ ਦਿਖਾਈ ਦਿੱਤਾ। ਮੈਂ ਤਾਂ ਕਿਸੇ ਗੈਰ ਕੁੜੀ ਵੱਲ ਅੱਖ ਚੁੱਕ ਕੇ ਵੀ ਨਹੀਂ ਦੇਖਿਆ। ਤੁਸੀਂ ਤਾਂ ਮੇਰੀ ਮਾਂ ਵਰਗੇ ਹੋ। ਮੈਂ ਉਹਨੂੰ ਕਹਿਣ ਲੱਗੀ, ਤੈਨੂੰ ਮੈਂ ਸਿਗਰਟ ਪੀਂਦੇ ਦੇਖਿਆ ਸੀ। ਉਹ ਕਹਿਣ ਲੱਗਿਆ, ਮੈਂ ਹਰ ਰੋਜ਼ ਨਹੀਂ ਪੀਂਦਾ ਸਿਗਰਟ, ਪਰ ਹਾਂ ਕਦੇ-ਕਦੇ ਆਪਣਾ ਕਮਰਾ ਬੰਦ ਕਰਕੇ ਸਿਗਰਟ ਪੀ ਲੈਂਦਾ ਹਾਂ। ਮੈਂ ਤੁਹਾਡਾ ਬਹੁਤ ਖਿਆਲ ਰੱਖਣਾ ਚਾਹੁੰਦਾ ਸੀ ਕਿਉਂਕਿ ਮੈਂ ਆਪਣਾ ਬਚਪਨ ਤੁਹਾਡੀ ਗੋਦੀ ਵਿੱਚ ਗੁਜ਼ਾਰਿਆ ਸੀ। ਜਿਵੇਂ ਮੈਂ ਆਪਣੀ ਮਾਂ ਦਾ ਖਾਣ ਪੀਣ ਦਾ ਤੇ ਦਵਾਈ ਦਾ ਖਿਆਲ ਰੱਖਦਾ ਸੀ, ਉਵੇਂ ਹੀ ਤੁਹਾਡਾ ਖਿਆਲ ਰੱਖਣ ਲੱਗਿਆ। ਜੇ ਮੈਨੂੰ ਪਤਾ ਹੁੰਦਾ ਕਿ ਤੁਹਾਨੂੰ ਮੇਰੀ ਵਜ੍ਹਾ ਨਾਲ ਤਕਲੀਫ ਹੋ ਰਹੀ ਹੈ ਤਾਂ ਮੈਂ ਕਦੋਂ ਦਾ ਇੱਥੋਂ ਚਲਾ ਜਾਂਦਾ। ਉਹ ਰੋ ਰੋ ਕੇ ਇਹ ਗੱਲ ਦੱਸ ਰਿਹਾ ਸੀ। ਇੱਕ ਗਲਤ ਰਿਪੋਰਟ ਨੇ ਮੈਨੂੰ ਸ਼ਰਮਿੰਦਾ ਕਰਕੇ ਰੱਖ ਦਿੱਤਾ। ਕੀ ਕੀਤਾ ਮੈਂ ਆਪਣੇ ਭਾਂਜੇ ਦੇ ਨਾਲ? ਮੈਂ ਸੋਚਿਆ ਵੀ ਨਹੀਂ ਸੀ, ਪਰ ਮੇਰੇ ਦਿਮਾਗ ਵਿੱਚ ਇਹ ਖਿਆਲ ਵੀ ਨਹੀਂ ਆਇਆ ਕਿ ਕਦੇ-ਕਦੇ ਰਿਪੋਰਟ ਵੀ ਗਲਤ ਨਿਕਲ ਸਕਦੀ ਹੈ। ਮੈਂ ਸੋਚ ਰਹੀ ਸੀ ਕਿ ਕਾਸ਼ ਇੱਕ ਵਾਰੀ ਮੈਂ ਆਪਣੀ ਰਿਪੋਰਟ ਦੁਬਾਰਾ ਟੈਸਟ ਕਰਵਾ ਲਈ ਹੁੰਦੀ ਤਾਂ ਇਹ ਸਭ ਕੁਝ ਨਾ ਹੁੰਦਾ।